गुरु रूप साध संगत जी हो, आप जिस स्थान के दर्शन कर रहे हो, ये वो स्थान है जिसनों संत बाबा ज्वाला सिंह हरखौर वाले उन्हां दे समकाली संत भगत सिंह जी ने 1962 ਦੇ ਵਿੱਚ ਪ੍ਰਗਟ ਕੀਤਾ ਤੇ ਉਹਨਾਂ ਦੇ ਆਪਣੇ ਬੋਲ ਸਨ ਕਿ ਇਸ ਸਥਾਨ ਤੇ ਬੜੇ ਲੰਗਰ ਲੱਗਣੇ ਹਨ ਤੇ ਇਸ ਸਥਾਨ ਤੇ ਬੜੇ ਗੁਰਦੁਆਰੇ ਬਣਨੇ ਹਨ। ਬਹੁਤ ਸੰਗਤ ਆਉਣੀ ਹੈ ਜਿਹੜੀ ਕਿ ਤੁਹਾਤੋਂ ਸੰਭਾਲੀ नहीं जानी। बाबा शादी सिंह संबोधन करदਿਆਂ ਕਿਹਾ ਸੀ। ਜਿਵੇਂ ਆਪਾਂ ਦੇਖ ਪਾ ਰਹੇ ਹਾਂ ਕਿ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਆਪਾਂ ਮੰਨ ਸਕਦੇ ਹਾਂ ਕਿ ਗੁਰਦੁਆਰਾ नहीं ਇਹ ਕੰਢੇ ਤੇ ਨਹੀਂ ਹੈਗਾ। ਤੁਸੀਂ ਬੜੇ ਗੌਰ ਦੇ ਨਾਲ ਦੇਖੋ, ਆਪਾਂ 12 ਖਾਨੇ ਆ ਜਿਹੜੇ ਦਰਿਆ ਦੇ ਉਹਨਾਂ ਦੇ ਵਿੱਚ ਬੈਠੇ ਆ। ਅੱਛਾ, ਜਦੋਂ ਜਿਹੜੇ ਉਹ 12 ਦਰਵਾਜ਼ੇ ਜਦੋਂ ਖੁੱਲ੍ਹਦੇ ਨੇ ਉਹਦੇ ਬਿਲਕੁਲ ਸਾਹਮਣੇ ਆ। 12 ਦਰਵਾਜ਼ਿਆਂ ਦੀ ਟੱਕਰ ਬਿਲਕੁਲ ਗੁਰਦੁਆਰੇ ਨੂੰ ਪੈਂਦੀ ਹੈ। ਸਿਰੋਂ ਤੋਂ ਲੈ ਕੇ ਇੱਥੇ ਤੱਕ 12 ਦਰਵਾਜ਼ਿਆਂ ਦੀ ਟੱਕਰ ਪੈਂਦੀ ਹੈ ਇਹਨੂੰ ਗੁਰਦੁਆਰੇ ਨੂੰ। ਪਰ ਉਹਨਾਂ ਦੇ ਬਚਨਾਂ ਸਦਕੇ ਜੋ ਉਹਨਾਂ ਨੇ ਕਿਹਾ ਸੀ ਉੱਥੇ ਆਉਣਾ। 88 ਵਿੱਚ ਬਹੁਤ ਵੱਡੇ ਹੜ੍ਹ ਆਏ ਤੇ ਉਦੋਂ ਵੀ ਮਹਾਰਾਜ ਨੇ ਕੁਛ ਨਹੀਂ ਵਿਗਣ ਦਿੱਤਾ। ਤੇ ਹੁਣ 18 ਦੇ ਵਿੱਚ ਹੜ੍ਹ ਆਏ। 18 ਦੇ ਵਿੱਚ ਥੱਲੇ ਵਾਲੀ ਸਾਡੀ ਸੜਕ ਆ, ਬਿਲਕੁਲ ਥੱਲੇ ਗੱਡੀ ਸਾਡੀ ਚਾਰੇ ਪਾਸੇ ਘੁੰਮਦੀ ਆ ਤੇ 12 ਫੁੱਟ ਸਾਡਾ ਇਹਦੇ ਪਾਣੀ ਨਾਲ ਖੜ ਕੇ ਗਿਆ। ਉਦੋਂ ਵੀ ਮਹਾਰਾਜ ਨੇ ਬਚਾਓ ਰੱਖਿਆ, ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਨਹੀਂ ਹੋਇਆ। ਜਿਵੇਂ ਦੇਖਭਾਲ ਹੈ, ਹਾਂ ਜਿਵੇਂ ਬਿਲਕੁਲ ਸਟਾਰਟ ਆ। ਉਸ ਟਾਈਮ ਦੇ ਵਿੱਚ ਕਿਸੇ ਬਿਰਲੇ ਕੋਲ ਹੁੰਦੀ ਸੀ, ਇੰਗਲੈਂਡ ਤੋਂ ਗੱਡੀ ਆਸਟਨ ਇਹ। ਉਸ ਟਾਈਮ ਦੇ ਵਿੱਚ ਕਿਸੇ ਬਿਰਲੇ ਕੋਲ ਲੈਂਡਲੋਰਡ ਦੇ ਕੋਲ ਮਤਲਬ ਲੱਖਾਂ, ਉਦੋਂ ਲੱਖਾਂ ਦੀ ਆਬਾਦੀ ਸੀ, ਲੱਖਾਂ ਵਿੱਚੋਂ ਕਿਸੇ ਇੱਕ ਅੱਧੇ ਕੋਲ ਮਸੀਂ ਹੁੰਦੀ ਸੀ। ਬਹੁਤ ਮਤਲਬ ਇਹ ਇੱਕ ਕਿਸਮ ਦੀ ਅਮੀਰਤਾ ਦੀ ਨਿਸ਼ਾਨੀ ਸੀ ਇਹ ਗੱਡੀ। ਤੇ ਉਹ ਫਿਰ ਉਹਨਾਂ ਨੇ ਆਪ ਖਰੀਦ ਕੇ ਬਾਬਾ ਜਵਾਲਾ ਸਿੰਘ ਨੂੰ ਦਿੱਤੀ ਸੀ। ਵੀ ਅਸੀਂ ਹਲਟੀ ਜੋ ਪੁਰਾਣੀ ਸੀ ਉਹ ਚੱਲਦੀ ਰੱਖੀ ਹੈ, ਤੁਹਾਨੂੰ ਗੇੜ ਕੇ ਦਿਖਾ ਦਿੰਦੇ ਆ। ਉਹਦੇ ਬਾਅਦ ਜਿਹੜੀ ਛਾਨਾ ਉਹ ਵੀ ਕਾਇਮ ਰੱਖੀ ਵੀ ਆ। ਥੱਲੇ ਸੜਕ ਆ ਬਿਲਕੁਲ, ਬੜੇ ਟਰੱਕ ਹੈਵੀ ਟਰੱਕ ਇਹਦੇ ਤੇ ਲੰਘਦੇ ਆ। ਉਹਦੇ ਬਾਅਦ ਇੱਕ ਫਿਰ ਪੈਦਲ ਬਾਈਪਾਸ ਉੱਪਰ ਆ ਇਹ ਦੂਏ ਨੰਬਰ ਤੇ। ਤੀਏ ਨੰਬਰ ਤੇ ਹੈ ਜਿਹੜਾ ਕਿ ਸਾਰੇ ਲੰਗਰ ਦੇ ਆਲੇ ਦੁਆਲੇ ਘੁੰਮਦਾ ਤੇ ਇਹ ਫਿਰ ਅੱਗੇ ਜਾ ਕੇ ਫਿਰ ਉਹਦੇ ਦਫ਼ਤਰ ਤੇ ਮਿਲ ਜਾਂਦਾ। ਮੈਂ ਤੁਹਾਨੂੰ ਦਿਖਾਉਂਦਾ ਦੇ ਬਾਲਣ ਦੇ ਲਈ ਆ, ਗੱਡੀ ਬੈਕ ਲੱਗਦੀ ਅੰਦਰ ਬਾਲਣ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਹਰ ਇੱਕ ਪੰਜਾਬ ਦੇ ਅਲੱਗ-ਅਲੱਗ ਗੁਰੂ ਧਾਮਾਂ ਦੇ ਦਰਸ਼ਨ ਕਰਵਾਉਂਦੇ ਹਾਂ, ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਰੋਪੜ ਦੇ ਵਿੱਚ। ਗੁਰਦੁਆਰਾ ਟਿੱਬੀ ਸਾਹਿਬ ਦੇ ਨਾਮ ਤੋਂ ਬਹੁਤ ਮਸ਼ਹੂਰ ਹੈ ਇਹ। ਬਹੁਤ ਦੂਰੋਂ ਸੰਗਤਾਂ ਉਰੇ ਪਹੁੰਚਦੀਆਂ ਨੇ। ਜਿਵੇਂ ਕਿ ਇਹਦਾ ਇਤਿਹਾਸ ਹੈ ਜਿਹੜਾ, ਉਹ ਇਤਿਹਾਸ ਦੱਸਣ ਵਾਸਤੇ ਸਾਡੇ ਨਾਲ ਅੱਜ ਮੌਜੂਦ ਹੋਣਗੇ ਮੁਖੀ ਗੁਰਦੁਆਰਾ ਸਾਹਿਬ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ। ਆਪਾਂ ਉਹਨਾਂ ਕੋਲ ਚੱਲਦੇ ਹਾਂ ਤੇ ਸਾਰਾ ਇਤਿਹਾਸ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਗੁਰੂ ਰੂਪ ਸਾਧ ਸੰਗਤ ਜੀ ਹੋ, ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਉਹ ਸਥਾਨ ਹੈ ਜਿਸ ਨੂੰ ਸੰਤ ਬਾਬਾ ਜਵਾਲਾ ਸਿੰਘ ਹਰਖੌਰ ਵਾਲੇ ਉਹਨਾਂ ਦੇ ਸਮਕਾਲੀ ਸੰਤ ਭਗਤ ਸਿੰਘ ਜੀ ਨੇ 1962 ਦੇ ਵਿੱਚ ਪ੍ਰਗਟ ਕੀਤਾ ਤੇ ਉਹਨਾਂ ਦੇ ਆਪਣੇ ਬੋਲ ਸਨ ਕਿ ਇਸ ਸਥਾਨ ਤੇ ਬੜੇ ਲੰਗਰ ਲੱਗਣੇ ਹਨ ਤੇ ਇਸ ਸਥਾਨ ਤੇ ਬੜੇ ਗੁਰਦੁਆਰੇ ਬਣਨੇ ਹਨ। ਬਹੁਤ ਸੰਗਤ ਆਉਣੀ ਹੈ ਜਿਹੜੀ ਕਿ ਤੁਹਾਤੋਂ ਸੰਭਾਲੀ ਨਹੀਂ ਜਾਣੀ। ਬਾਬਾ ਸ਼ਾਦੀ ਸਿੰਘ ਸੰਬੋਧਨ ਕਰਦਿਆਂ ਕਿਹਾ ਸੀ। ਤੇ ਜਦੋਂ ਇਹ ਗੱਲ ਉਹਨਾਂ ਨੇ ਕਹੀ, ਕਈਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿਉਂਕਿ ਉਸ ਟਾਈਮ ਦੇ ਵਿੱਚ ਸਾਧਨ ਨਹੀਂ ਸਨ, ਮਸ਼ੀਨਰੀ ਨਹੀਂ ਸੀ। ਅੱਜ ਇੱਕ ਦਿਨ ਦੇ ਸਭ ਕੁਝ ਹੋ ਸਕਦਾ, ਉਸੋਂ ਗੱਲ ਕਹਿਣੀ ਬੜੀ ਔਖੀ ਸੀ। ਪਰ ਉਹਨਾਂ ਦੇ ਬਚਨਾਂ ਦੇ ਨਾਲ ਉਹਨਾਂ ਨੇ ਬਾਬਾ ਸ਼ਾਦੀ ਸਿੰਘ ਨੂੰ ਪਿੰਡ ਲੌਦੀ ਮਾਜਰੇ ਤੋਂ ਬੁਲਾਇਆ, ਜੋ ਕਿ ਫੌਜ ਵਿੱਚੋਂ ਰਿਜ਼ਰਵ ਆਉਣ ਤੋਂ ਆਪਣੇ ਪਿੰਡ ਹੀ ਤਪੱਸਿਆ ਦੇ ਵਿੱਚ ਲੀਨ ਰਹਿੰਦੇ ਸਨ। ਉਹਨਾਂ ਨੂੰ ਫੌਜ ਵਿੱਚ ਬਾਬਾ ਸ਼ਾਦੀ ਸਿੰਘ ਪਰਮੇਸ਼ਰ ਨੇ ਦਿਖਾ ਵੀ ਦਿੱਤਾ ਸੀ ਕਿ ਤੁਹਾਡੀ ਇੱਥੇ ਡਿਊਟੀ ਲੱਗਣੀ ਆ। ਅਤੇ ਉਹਨਾਂ ਨੂੰ ਬਾਬਾ ਮਸਤ ਭਗਤ ਸਿੰਘ ਜੀ ਨੇ ਬੇਨਤੀ ਕੀਤੀ, ਹੁਕਮ ਕੀਤਾ ਕਿ ਇਸ ਸਥਾਨ 'ਤੇ ਰਹੋ। ਇੱਥੇ ਰਿਸ਼ੀ ਮੁਨੀਆਂ ਦੀ ਪੁਰਾਣਾ ਤਪ ਵਾਲੀ ਸਥਾਨ ਹੈ, ਇੱਥੇ ਬਹੁਤ ਵੱਡੀਆਂ ਰੌਣਕਾਂ ਲੱਗਣੀਆਂ ਅਤੇ ਇਸ ਸਥਾਨ ਨੂੰ ਆਬਾਦ ਕਰੋ। ਅਤੇ ਉਹਨਾਂ ਦੇ ਹੁਕਮ ਅਨੁਸਾਰ ਬਾਬਾ ਸ਼ਾਦੀ ਸਿੰਘ ਨੇ, ਜਿਹੜੇ ਕਿ ਆਪ ਜੀ ਨੇ ਦੇਖੀ ਹੈ ਜਗ੍ਹਾ, ਪਹਿਲੀ ਛੰਨ ਬਣਾਈ ਗਈ, ਲੱਕੜ ਦਾ ਗੁਰਦ ਬਣਾਇਆ ਗਿਆ ਅਤੇ ਬਾਬਾ ਸ਼ਾਦੀ ਸਿੰਘ ਜੀ 1987 ਤੱਕ ਇਸ ਸੰਸਾਰ ਦੇ ਵਿੱਚ ਰਹੇ। ਉਹਨਾਂ ਦੇ ਅਕਾਲ ਚਲਣ ਤੋਂ ਬਾਅਦ ਉਹਨਾਂ ਦੇ ਨਾਲ ਹੀ ਪਹਿਲਾਂ ਤੋਂ ਹੀ ਰਹਿੰਦੇ ਬਾਬਾ ਖੁਸ਼ਹਾਲ ਸਿੰਘ ਜੀ ਨੇ ਸੇਵਾ ਸੰਭਾਲੀ ਅਤੇ ਜੋ ਕਿ
ਹੁਣ ਤੱਕ ਚੱਲਦੀ ਰਹੀ ਹੈ। ਦਾਸ 1998 ਦੇ ਵਿੱਚ ਗੁਰਦੁਆਰਾ ਪਰਿਵਾਰ ਛੜ ਸਾਹਿਬ ਤੋਂ ਉੱਥੇ ਪਹੁੰਚਿਆ ਤੇ ਬਾਬਾ ਜੀ ਦੇ ਨਾਲ ਹੋ ਕੇ ਸੇਵਾ ਨੂੰ ਅਸੀਂ ਨਿਭਾ ਰਹੇ ਹਾਂ। ਇਤਿਹਾਸ ਬਾਰੇ ਜਿਵੇਂ ਮੈਂ ਦੇਖ ਪਾ ਰਿਹਾ, ਇਹ ਗੱਡੀ ਦੇ ਇਤਿਹਾਸ ਬਾਰੇ ਵੀ ਤੁਸੀਂ ਜ਼ਰੂਰ ਦੱਸੋ। ਤਾਂ ਇੱਕ ਤਾਂ ਤੁਸੀਂ ਲਿਖਿਆ ਵਾ, ਇਹ ਸਾਰਾ ਤੁਸੀਂ ਰਿਕਾਰਡ ਕਰ ਲਓ। ਦੂਜਾ ਤੁਹਾਨੂੰ ਮੈਂ ਇਹਦੇ ਬਾਰੇ ਦੱਸਦਾ ਕਿ ਬਾਬਾ ਜਵਾਲਾ ਸਿੰਘ ਜੀ ਸਨ, ਉਹਨਾਂ ਦੇ ਨਾਲ ਉਹਨਾਂ ਦਾ ਡਰਾਈਵਰ ਰੱਖ ਲਓ, ਉਸ ਟਾਈਮ ਦੇ ਵਿੱਚ MA LLB ਸੀ ਸਰਦਾਰ ਅਨੂਪ ਸਿੰਘ ਜੀ, ਤੇ ਉਹ ਪੜ੍ਹੇ ਹੋਣ ਦੇ ਬਾਵਜੂਦ ਵੀ ਲੋੜ ਹੋਣ ਦੇ ਬਾਅਦ ਵਿੱਚ ਵੀ ਉਹ ਸੇਵਾ ਦੇ ਤੌਰ 'ਤੇ, ਸ਼ਰਧਾ ਦੇ ਤੌਰ 'ਤੇ, ਜਿੱਥੇ ਉਹਨਾਂ ਨੇ ਗੱਡੀ ਲੈ ਕੇ ਦਿੱਤੀ ਬਾਬਾ ਜੀ ਨੂੰ, ਤੇ ਆਪ ਸ਼ਰਧਾ ਦੇ ਤੌਰ 'ਤੇ ਨਾਲ ਚਲਾਉਂਦੇ ਹੁੰਦੇ ਸਨ। ਤੇ ਜਦੋਂ ਗੱਡੀ ਲੈ ਕੇ ਸ਼ਿਮਲੇ ਨੂੰ ਜਾ ਰਹੇ ਸਨ, ਪਰ ਬਾਬਾ ਜਵਾਲਾ ਸਿੰਘ ਨੇ ਕਿਹਾ ਕਿ ਅਸੀਂ ਅੰਬਾਲੇ ਜਾਣਾ। ਇੱਕ ਸੰਤਾਂ ਨੂੰ ਜੋ ਹੈ ਭਵਿੱਖਬਾਣੀ ਹੁੰਦੀ ਸੀ, ਉਹਨਾਂ ਨੂੰ ਅਗੰਮ ਦਾ ਗਿਆਨ ਹੋ ਜਾਂਦਾ ਅਗਲੇ ਟਾਈਮ ਦਾ ਵੀ ਕਿਆ ਹੋਣਾ। ਉਹਨਾਂ ਨੇ ਕਿਹਾ ਵੀ ਉੱਧਰ ਹੜ੍ਹ ਆਇਆ ਹੋਇਆ। ਬਾਬਾ ਜੀ ਕਹਿੰਦੇ ਨਹੀਂ, ਆਪਾਂ ਉੱਧਰ ਹੀ ਜਾਣਾ। ਤੇ ਜਦੋਂ ਗਏ, ਹੜ੍ਹ ਆਇਆ ਹੋਇਆ ਸੀ, ਤੇ ਜੋ ਭਾਈ ਅਨੂਪ ਸਿੰਘ ਉਹਨਾਂ ਦੀ ਸੰਤਾਂ ਦੇ ਬਹੁਤ ਅੱਛਾ ਸ਼ਰਧਾ ਸੀ। ਜਦੋਂ ਦਰਿਆ ਦੇ ਨੇੜੇ ਗਏ, ਪਾਣੀ ਦਾ ਵੇਗ ਦੇਖਿਆ, ਹੜ੍ਹ ਆਇਆ ਸੀ, ਬਾਬਾ ਜਵਾਲਾ ਸਿੰਘ ਨੇ ਕਿਹਾ ਵੀ ਤੁਸੀਂ ਨਦੀ ਦੇ ਵਿੱਚ ਗੱਡੀ ਬਾੜ ਦਿਓ। ਉਹਨਾਂ ਦੀ ਅਥਾਹ ਸ਼ਰਧਾ ਗੱਡੀ ਬਾੜਤੀ, ਗੱਡੀ ਮੋਟਰ ਕਿਸ਼ਤੀ ਦੀ ਤਰ੍ਹਾਂ ਪਾਰ ਚਲੇ ਗਈ। ਉਹਨਾਂ ਦੀ ਫਿਰ ਇਸ ਸਥਾਨ 'ਤੇ ਸ਼ਰਧਾ ਦੀ ਭਾਵੇਂ ਕਿ ਬਾਬਾ ਜਵਾਲਾ ਸਿੰਘ ਦਾ ਜੋ ਹੈੱਡਕੁਆਟਰ ਸੀ ਹਰਖੋਵਾਲ ਸੀ, ਪਰ ਭਾਈ ਅਨੂਪ ਸਿੰਘ ਦੀ ਜੋ ਸ਼ਰਧਾ ਸੀ ਇਸ ਸਥਾਨ 'ਤੇ ਸੀ, ਇਸ ਕਰਕੇ ਉਹ ਜੋ ਗੱਡੀ ਨੂੰ ਇੱਥੇ ਦੇ ਕੇ ਗਏ ਹਾਂ। ਹੁਣ ਇਹ ਗੱਡੀ ਦੀ ਜਿਵੇਂ ਦੇਖਭਾਲ ਹੈ, ਹਾਂ ਜਿਵੇਂ ਬਿਲਕੁਲ ਸਟਾਰਟ ਆ। ਉਸ ਟਾਈਮ ਦੇ ਵਿੱਚ ਕਿਸੇ ਬਿਰਲੇ ਕੋਲ ਹੁੰਦੀ ਸੀ, ਇੰਗਲੈਂਡ ਤੋਂ ਗੱਡੀ ਆਸਟਨ ਇਹ, ਉਸ ਟਾਈਮ ਦੇ ਵਿੱਚ ਕਿਸੇ ਬਿਰਲੇ ਕੋਲ, ਲੈਂਡਲੋਰਡ ਦੇ ਕੋਲ, ਮਤਲਬ ਲੱਖਾਂ, ਉਦੋਂ ਲੱਖਾਂ ਦੀ ਆਬਾਦੀ ਸੀ, ਲੱਖਾਂ ਵਿੱਚੋਂ ਕਿਸੇ ਇੱਕ ਅੱਧੇ ਕੋਲ ਮਸੀ ਹੁੰਦੀ ਸੀ। ਬਹੁਤ ਮਤਲਬ ਇਹ ਇੱਕ ਕਿਸਮ ਦੀ ਅਮੀਰਤਾ ਦੀ ਨਿਸ਼ਾਨੀ ਸੀ ਇਹ ਗੱਡੀ, ਤੇ ਉਹ ਫਿਰ ਉਹਨਾਂ ਨੇ ਆਪ ਖਰੀਦ ਕੇ ਬਾਬਾ ਜਵਾਲਾ ਸਿੰਘ ਨੂੰ ਦਿੱਤੀ ਸੀ। ਸੋ ਫਿਰ ਇੱਥੇ ਘਰ ਆ ਕੇ ਬਿਲਕੁਲ ਸਟਾਰਟ ਆ। ਹੁਣ ਅਸੀਂ ਇਹਨੂੰ ਸਟਾਰਟ ਕਰਦੇ, ਪਿੱਲੇ ਪਾਸ ਇਹਦਾ ਸਲਾਂਸਰ ਕੱਢਿਆ ਵਾ, ਤੇ ਬਿਲਕੁਲ ਪਿੱਛੇ ਇਹ ਖਸਤਾ ਹਾਲਤ ਵਿੱਚ ਹੋ ਗਈ ਸੀ। ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ, ਸਾਨੂੰ ਇੱਕ ਫੋਰਮੈਨ ਨੇ ਆ ਕੇ ਦੱਸਿਆ, ਸ਼ਰਧਾਲੂ ਸੀ, ਕਿ ਤੁਸੀਂ ਇਹਨੂੰ ਬਾਹਰੋਂ ਦੇਖੀ ਜਾਂਦੇ ਆ, ਅੰਦਰੋਂ ਇਹਦਾ ਜੰਗ ਹੈ ਜੋ ਇਹਨੂੰ ਖਾਂਦਾ ਜਾਂਦਾ, ਤਕਰੀਬਨ ਨੇੜੇ ਤੱਕ ਪਹੁੰਚ ਗਿਆ ਇਹਨੂੰ ਖਤਮ ਕਰਨ ਦੇ। ਉਹ ਫਿਰ ਇੱਥੋਂ ਇਹਨੂੰ ਟਰਾਲੇ 'ਤੇ ਲੱਦ ਕੇ ਲੈ ਗਏ। ਉਹਨਾਂ ਨੇ 1.5-2 ਮਹੀਨੇ ਲਾ ਕੇ ਇਹਨੂੰ ਵਧੀਆ ਰਗੜ ਰੂਟ ਕੇ ਰੰਗ ਰੂਪ ਕਰਕੇ ਫਿਰ ਉਹਨਾਂ ਨੇ ਭੇਜੀ ਆ। ਸੋ ਅੱਜ ਵੀ ਇਹ ਚੱਲਦੀ ਹਾਲਤ ਵਿੱਚ ਆ। ਹੁਣ ਜਿਵੇਂ ਆਪਾਂ ਦੇਖ ਪਾ ਰਹੇ ਹਾਂ ਕਿ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਆਪਾਂ ਮੰਨ ਸਕਦੇ ਹਾਂ ਕਿ ਗੁਰਦੁਆਰਾ ਨਹੀਂ, ਇਹ ਕੰਢੇ ਤੇ ਨਹੀਂ ਹੈਗਾ। ਤੁਸੀਂ ਬੜੇ ਗੌਰ ਦੇ ਨਾਲ ਦੇਖੋ, ਆਪਾਂ 12 ਖਾਨੇ ਆ ਜਿਹੜੇ ਦਰਿਆ ਦੇ, ਉਹਨਾਂ ਦੇ ਵਿੱਚ ਬੈਠੇ ਆ। ਅੱਛਾ, ਜਦੋਂ ਜਿਹੜੇ ਉਹ 12 ਦਰਵਾਜ਼ੇ ਜਦੋਂ ਖੁੱਲ੍ਹਦੇ ਨੇ ਉਹਦੇ ਬਿਲਕੁਲ ਸਾਹਮਣੇ ਆ। 12 ਦਰਵਾਜ਼ਿਆਂ ਦੀ ਟੱਕਰ ਬਿਲਕੁਲ ਗੁਰਦੁਆਰੇ ਨੂੰ ਪੈਂਦੀ ਹੈ, ਸਿਰੋਂ ਤੋਂ ਲੈ ਕੇ ਇੱਥੇ ਤੱਕ 12 ਦਰਵਾਜ਼ਿਆਂ ਦੀ ਟੱਕਰ ਪੈਂਦੀ ਹੈ ਇਹਨੂੰ, ਗੁਰਦੁਆਰੇ ਨੂੰ। ਪਰ ਉਹਨਾਂ ਦੇ ਬਚਨਾਂ ਸਦਕੇ ਜੋ ਉਹਨਾਂ ਨੇ ਕਿਹਾ ਸੀ ਉੱਥੇ ਹੀ ਆਉਣਾ। 88 ਵਿੱਚ ਬਹੁਤ ਵੱਡੇ ਹੜ੍ਹ ਆਏ, ਤੇ ਉਦੋਂ ਵੀ ਮਹਾਰਾਜ ਨੇ ਕੁਛ ਨਹੀਂ ਵਿਗਣ ਦਿੱਤਾ। ਤੇ ਹੁਣ 18 ਦੇ ਵਿੱਚ ਹੜ੍ਹ ਆਏ। 18 ਦੇ ਵਿੱਚ ਥੱਲੇ ਵਾਲੀ ਸਾਡੀ ਸੜਕ ਆ, ਬਿਲਕੁਲ ਥੱਲੇ ਗੱਡੀ ਸਾਡੀ ਚਾਰੇ ਪਾਸੇ ਘੁੰਮਦੀ ਆ, ਤੇ 12 ਫੁੱਟ ਸਾਡਾ ਇਹਦੇ ਪਾਣੀ ਨਾਲ ਖੜ ਕੇ ਗਿਆ। ਉਦੋਂ ਵੀ ਮਹਾਰਾਜ ਨੇ ਬਚਾਓ ਰੱਖਿਆ, ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਨਹੀਂ ਹੋਇਆ। ਇਸ ਕਰਕੇ ਜੋ ਉਹਨਾਂ ਦੇ ਬਚਨ ਸਨ, ਉਹਨਾਂ ਦੇ ਬਚਨਾਂ ਕਰਕੇ ਅੱਜ ਦੇਖੋ ਲੰਗਰ ਚੱਲ ਰਹੇ ਆ। ਕਿਸੇ ਆਏ ਗਏ ਨੂੰ ਸਭ ਨੂੰ ਲੰਗਰ ਮਿਲ ਰਿਹਾ, ਕਿਸੇ ਨਾਲ ਕੋਈ ਦਰੈਂਡ ਨਹੀਂ ਹੈ, ਇੱਕੋ ਜਿਹਾ ਲੰਗਰ ਮਿਲ ਰਿਹਾ, ਵਧੀਆ ਸਾਫ ਸੁਥਰਾ ਲੰਗਰ ਮਿਲ ਰਿਹਾ। ਤੇ 135-40 ਦੇ ਕਰੀਬ ਡੰਗਰ ਰੱਖੇ ਹੋਏ ਆ, ਜੋ ਮੱਖਣ ਹੁੰਦੀ ਆ ਉਹਦੇ ਨਾਲ ਰੋਟੀਆਂ ਚੋਪੜਦੇ ਆ। ਅੱਜ ਤਾਂ ਹੁਣ ਬੀਬੀਆਂ ਖੜੀਆਂ, ਮਾਇਆ ਨਹੀਂ ਰੋਟੀ ਹੈ, ਮੱਖਣੀ ਹੈ ਚੋਪੜੀ ਮੁੰਡਿਆਂ ਨੂੰ ਖਿਲਾਉਂਦੀਆਂ, ਆਪਣਿਆਂ ਨੂੰ, ਘਰਦਿਆਂ ਨੂੰ ਵੀ। ਤੇ ਇਸ ਕਰਕੇ ਇੱਥੇ ਗੁਰੂ ਘਰ ਦੇ ਵਿੱਚ ਮੱਖਣਾ ਚੋਪੜੀਆਂ ਰੋਟੀਆਂ ਮਿਲਦੀਆਂ। ਇਹ ਸਿਰਫ ਮਸਤਾਂ ਦੇ ਜੋ ਬਚਨ ਹੈ ਬਾਬਾ ਭਗਤ ਸਿੰਘ ਦੇ, ਉਹ ਸਾਕਾਰ ਬਾਬਾ ਜਵਾਲਾ ਸਿੰਘ ਦੇ ਹੋ ਰਹੇ ਆ। ਇਸ ਕਰਕੇ ਉਹਨਾਂ ਦੀ ਕੀਤੀ ਕਮਾਈ, ਰਿਸ਼ੀਆਂ ਪੁੰਨਿਆਂ ਦੀ ਇੱਥੇ ਕੀਤੀ ਤਪੱਸਿਆ, ਉਹ ਬਾਹਰ ਆ ਰਹੀ ਆ। ਸੋ ਬਾਬਾ ਸ਼ਾਦੀ ਸਿੰਘ ਜੀ ਫਿਰ 1987 ਤੱਕ ਸੇਵਾ ਕਰਦੇ ਰਹੇ, ਬਾਹਰ ਤੋਂ ਲੈ ਕੇ। ਉਸ ਟਾਈਮ ਤੋਂ ਬਾਅਦ ਫਿਰ 87 'ਚ ਉਹਨਾਂ ਨੇ ਸਰੀਰ ਛੱਡਤਾ। ਫਿਰ ਬਾਬਾ ਖੁਸ਼ਹਾਲ ਸਿੰਘ ਜੀ ਨੇ ਇਸ ਸਥਾਨ ਦੀ ਜੋ ਸੇਵਾ ਸੰਭਾਲੀ। ਅੱਜ ਵੀ ਉਹ ਮੌਜੂਦ ਹਨ, ਬਜ਼ੁਰਗ ਹਨ। ਤੇ ਦਾਸ 79 ਤੋਂ ਲੈ ਕੇ 98 ਤੱਕ ਪਰਿਵਾਰ ਛੋੜਾ ਸਾਹਿਬ ਰਿਹਾ। ਉਸ ਸਥਾਨ ਦੀ ਸੇਵਾ ਦਾਸ ਨੂੰ ਪ੍ਰਾਪਤ ਹੋਈ, ਤੇ ਨਾਲ ਹੀ ਫਿਰ ਸਦਾ ਵਰਤ ਹੈ ਇੱਥੋਂ 5 ਪਾਤਸ਼ਾਹਾਂ ਦੇ ਗੁਰਦੁਆਰਾ ਸਾਹਮਣੇ ਗੁੰਬਦ ਚਮਕਦਾ, ਉਹ ਪ੍ਰਾਪਤ ਹੋਈ। ਉੱਥੋਂ ਦਾਸ 98 ਦੇ ਵਿੱਚ ਆਇਆ, ਤੇ 98 ਦੇ ਵਿੱਚ ਆ ਕੇ ਬਾਬਾ ਖੁਸ਼ਹਾਲ ਸਿੰਘ ਦੇ ਨਾਲ ਰਹਿ ਕੇ ਇਸ ਸਥਾਨ ਦੀ ਜੋ ਸੇਵਾ ਤੁਹਾਡੇ ਸਾਰਿਆਂ ਦੇ ਸਾਹਮਣੇ, ਜੋ 4 ਚੰਨ ਲੱਗੇ, ਅੱਜ ਵਰਲਡ ਮਸ਼ਹੂਰ ਆ। ਕੋਈ ਵੀ ਆਫਤ ਆਵੇ, ਭਾਵੇਂ ਹੜ੍ਹਾਂ ਦੇ ਮੌਕਾ ਆਇਆ 18 ਦੇ ਵਿੱਚ, ਇਸ ਸਥਾਨ ਨੇ 16-17 ਪਿੰਡਾਂ ਨੂੰ ਅਪਣਾ ਕੇ, ਜਿੱਥੇ ਉਹਨਾਂ ਤੇ ਲੰਗਰ ਵੀ ਪਹੁੰਚਾਇਆ, ਤੇ 20-22 ਦਿਨ ਉਸ ਤੋਂ ਬਾਅਦ ਫਿਰ ਜ਼ਿਮੀਂਦਾਰਾਂ ਨੂੰ 15-16 ਪਿੰਡਾਂ ਨੂੰ ਖਾਦ ਵੀ ਦਿੱਤੀ, ਤੇ ਉਹਨਾਂ ਦੇ ਜ਼ਮੀਨਾਂ ਵੀ ਪੱਧਰੀਆਂ ਕਰਾਈਆਂ, ਤੇ ਉਹਨਾਂ ਨੂੰ ਬੀਜ ਵੀ ਦਿੱਤੇ, ਤੇ
ਡੀਜ਼ਲ ਵੀ ਦਿੱਤਾ, ਟਰੈਕਟਰ ਸਰਵਾਏ, ਮਤਲਬ ਇਹ ਕਹਿਣ ਤੋਂ ਭਾਵ ਕੋਈ ਚੀਜ਼ ਨਹੀਂ ਛੱਡੀ ਵੀ ਸਾਨੂੰ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਹੋਵੇ। ਤੇ ਉਸ ਤੋਂ ਬਾਅਦ ਫਿਰ ਕਰੋਨਾ ਆਇਆ। ਕਰੋਨਾ ਦੇ ਵਿੱਚ ਤਕਰੀਬਨ 2 ਮਹੀਨੇ ਦੇ ਲਗਭਗ 10 12 13 ਹਜ਼ਾਰ ਬੰਦੇ ਤੱਕ ਰੋਜ਼ ਇੱਥੋਂ ਰੋਜ਼ ਰੋਟੀਆਂ 14 ਗੱਡੀਆਂ ਸਾਡੀਆਂ ਲੱਗੀਆਂ ਤੇ ਜਿਹੜੇ ਇਲਾਕੇ 'ਚ ਕੋਈ ਭੁੱਖਾ ਨਹੀਂ ਰਹਿਣ ਦਿੱਤਾ, ਸ਼ਹਿਰ ਵਿੱਚ ਵੀ ਤੇ ਇੱਧਰ ਨਵੇਂ ਸ਼ਹਿਰ ਵਿੱਚ ਵੀ। ਉਹ ਤੋਂ ਬਾਅਦ ਫਿਰ ਦਿੱਲੀ ਮੋਰਚਾ ਚੱਲਿਆ, ਨਾਲ ਲੱਗਦੀ ਉਹ ਦਿੱਲੀ ਮੋਰਚੇ ਦੇ ਵਿੱਚ ਵੀ ਤਕਰੀਬਨ 1 ਸਾਲ ਤੋਂ ਵੱਧ ਉੱਥੇ ਬਹੁਤ ਵਧੀਆ ਟੌਪ ਦਾ ਲੰਗਰ, ਜਿਹਦਾ ਕਿ 9 ਤਾਂ ਮੋਰਚੇ ਦੇ ਵਿੱਚ ਉਹ ਚੱਲਦਾ ਰਿਹਾ। ਉਸ ਤੋਂ ਕਹਿਣ ਤੋਂ ਭਾਵ ਆ ਵੀ ਕੋਈ ਵੀ ਸਮਾਜਿਕ ਆਫਤ ਆਵੇ, ਕੁਛ ਆਵੇ, ਉਹਦੇ ਵਿੱਚ ਗੁਰਦੁਆਰਾ ਤਤਪਰ ਹੋ ਕੇ ਰਹਿੰਦਾ। ਹੋਰ ਲੜਕੀਆਂ ਦੇ ਗਰੀਬਾਂ ਦੇ ਵਿਆਹ ਹੋਣ, ਕਿਸੇ ਦਾ ਕੁਛ ਹੋਵੇ, ਉਹ ਵੀ ਹਰ ਟਾਈਮ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਕੋਈ ਗਰਾਈ ਨਹੀਂ ਕਰੀਦੀ ਤੇ ਸਿਰਫ ਉੱਥੋਂ ਹੀ ਕਣਕ ਝੋਨਾ ਲਿਆਉਂਦੇ ਜਿਹੜੇ ਸਾਨੂੰ ਕਹਿ ਕੇ ਜਾਂਦੇ ਆ। ਤੇ ਬਾਕੀ ਕਿਸੇ ਦੇ ਜੇ ਪਿੰਡ ਵਿੱਚ ਇੱਕ ਦੇ ਘਰ ਕਹਿ ਕੇ ਗਿਆ, ਇੱਕ ਤੋਂ ਹੀ ਲਿਆਉਣੀ, ਅਨਾਉਂਸਮੈਂਟ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨੀ, ਕਿਸੇ ਨੇ ਹਾਕ ਮਾਰ ਕੇ ਪਾਤੀ ਠੀਕ ਆ, ਬਾਕੀ ਕੋਈ ਗਰਾਈ ਨਹੀਂ, ਕੁਛ ਨਹੀਂ ਹੈਗੀ। ਜੋ ਇੱਥੇ ਆ ਰਹੇ ਆ ਉਹਦੇ ਨਾਲ ਦੇ ਹਿਸਾਬ ਦੇ ਨਾਲ ਅਸੀਂ ਆਪਣਾ ਕੰਮ ਚਲਾ ਰਹੇ ਹਾਂ। ਹਾਂਜੀ ਬਾਬਾ ਜੀ, ਜਿਵੇਂ ਮੈਂ ਪਤਾ ਚੱਲਿਆ ਸੀ ਕਿ ਡੰਗਰ ਵੀ ਰੱਖੇ ਹੋਏ ਨੇ ਆਪਾਂ ਪਿੱਛੇ, ਆਪਾਂ ਦੇਖ ਲੈਂਦੇ ਆ। ਬਿਲਕੁਲ, ਜਿਨ੍ਹਾਂ ਦਾ ਦੁੱਧ ਕੇ ਲੰਗਰ ਵਿੱਚ ਵਰਤਿਆ ਜਾਂਦਾ ਅੱਛਾ, ਤੇ ਸੰਗਤਾਂ ਦੇ ਲਈ ਜਿਹੜੇ ਕੋਈ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਲਈ ਲੰਗਰ ਅਸੀਂ ਦੁੱਧ ਅਸੀਂ ਸਭ ਕੋ ਮੁੱਲ ਲਿਆਉਂਦੇ ਆ ਤਾਂ ਕਿ ਸੰਗਤਾਂ ਨੂੰ ਲੱਸੀ ਵੀ ਰੋਜ਼ ਮਿਲੇ, ਤਾਂ ਕਿ ਜਿਹੜੀ ਮੱਖਣ ਆ ਉਹਦੇ ਨਾਲ ਰੋਟੀ ਵੀ ਚੋਪੜੀ ਜਾ ਸਕੇ। ਇਸ ਕਰਕੇ ਲੰਗਰ ਦਾ ਜੋ ਸਟੈਂਡਰਡ ਆ ਅਸੀਂ ਵੱਧ ਤੋਂ ਵੱਧ ਕਾਇਮ ਰੱਖਿਆ ਹੋਇਆ। ਸਾਹਮਣੇ ਤੁਸੀਂ ਡੰਗਰ ਦੇਖਦੇ ਹੋ, ਡੰਗਰ ਵੀ ਵਧੀਆ ਸਟੈਂਡਰਡ ਕਿਸਮ ਦੇ ਆ, ਵਧੀਆ ਨਸਲ ਦੀਆਂ ਮੱਝਾਂ ਗਾਵਾਂ। ਇਸ ਕਰਕੇ ਇਹ ਜੋ ਲੰਗਰ ਦੇ ਵਿੱਚ ਸਾਰਾ ਕੁਝ ਵਰਤਿਆ ਜਾਂਦਾ। ਫਿਰ ਇਹਨਾਂ ਦੀ ਦੇਖਭਾਲ ਵੀ ਸਾਰੀ ਗੁਰਦੁਆਰਾ ਸਾਹਿਬ ਗੁਰਦੁਆਰੇ ਵਾਲੇ ਸਭ ਬੰਦੇ ਰੱਖੇ ਹੋਏ ਆ ਤੇ ਵਧੀਆ ਇਹਨਾਂ ਨੂੰ ਮੇਨਟੇਨ ਹੋ ਰਿਹਾ। ਕੋਈ ਇਹਨਾਂ ਨੂੰ ਮਤਲਬ ਵੀ ਕੋਈ ਡੰਗਰਾਂ ਰੁਲਦੇ ਆ ਵਧੀਆ ਢੰਗ ਦੇ ਨਾਲ, ਜੋ ਕਿ ਮਾਡਰਨ ਢੰਗ ਉਹਦੇ ਨਾਲ ਇਹਨਾਂ ਦੀ ਦੇਖਭਾਲ ਹੋ ਰਹੀ ਆ। ਬਾਕੀ ਫੁਲਵਾੜੀ ਤੁਸੀਂ ਦੇਖ ਹੀ ਰਹੇ ਹੋ ਚਾਰੇ ਪਾਸੇ, ਇਹ ਫੁਲਵਾੜੀ ਆ, ਇਹ ਗੁਰਦੁਆਰੇ ਜੋ ਕਿ ਹੋਰ ਚਾਰ ਚੰਨ ਲਾ ਰਹੀ ਆ। ਬਾਕੀ ਮੈਂ ਤੁਹਾਨੂੰ ਪੁਰਾਤਨ ਚੀਜ਼ਾਂ ਜੋ ਇੱਕ ਤਾਂ ਕਾਰ ਤੁਸੀਂ ਦੇਖ ਲਈ, ਨਿਸ਼ਾਨ ਸਾਹਿਬ ਦੇਖ ਲਿਆ ਸੰਤਾਂ ਦਾ ਲੱਗਿਆ ਵਾ। ਬਾਕੀ ਜਿਹੜੀ ਕੁਟੀਆ ਉਹ ਮੈਂ ਤੁਹਾਨੂੰ ਦਿਖਾਉਂਦਾ, ਇੱਕ ਖੂਹ ਪੁਰਾਤਨ। ਅਸੀਂ ਜੋ ਪੁਰਾਤਨ ਵਿਰਸਾ ਉਹਨੂੰ ਖਤਮ ਨਹੀਂ ਕੀਤਾ, ਉਹਨੂੰ ਖੋਇਆ ਨਹੀਂ ਹੈਗਾ। ਖੂਹ ਆ ਉਹ ਅਜੇ ਵੀ ਅਸੀਂ ਹਲਟੀ ਜੋ ਪੁਰਾਣੀ ਸੀ ਉਹ ਚੱਲਦੀ ਰੱਖੀ ਆ, ਤੁਹਾਨੂੰ ਗੇੜ ਕੇ ਦਿਖਾ ਦਿੰਦੇ ਆ। ਉਹਦੇ ਬਾਅਦ ਜਿਹੜੀ ਛਾਨਾ ਉਹ ਵੀ ਕਾਇਮ ਰੱਖੀ ਵੀ ਆ। ਇੱਕ ਲੱਕੜ ਦਾ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਦੋਂ ਸੰਤਾਂ ਨੂੰ ਫਿਰ ਬਿਠਾ ਲਿਆ ਉਸ ਟਾਈਮ ਦੇ ਸਾਧਨ ਇੰਨੇ ਹੈ ਨਹੀਂ ਸੀ। ਸਾਧਨ ਨਾ ਹੋਣ ਕਰਕੇ ਸੰਤਾਂ ਨੇ ਆਪਣੇ ਘਰੋਂ ਅੰਬ ਪੱਟੇ, ਅੰਬ ਪੱਟ ਕੇ ਉਹਦਾ ਲੱਕੜ ਦਾ ਗੁਰਦੁਆਰਾ ਬਣਾਇਆ ਜੋ ਕਿ ਅਜੇ ਕਾਇਮ ਹੈ। ਫਿਰ ਕਈ ਲੋਕ ਇਹਨੂੰ ਲੱਕੜ ਸਾਹਿਬ ਵੀ ਕਹਿੰਦੇ ਆ ਕਿਉਂਕਿ ਲੱਕੜ ਦਾ ਗੁਰਦੁਆਰਾ, ਉਹ ਵੀ ਅਸੀਂ ਕਾਇਮ ਰੱਖਿਆ ਵਾ। ਉਸ ਤੋਂ ਬਾਅਦ ਇੱਕ ਫਿਰ ਖਰਾਸ ਆ ਜਿਹਦੇ ਨਾਲ ਮੈਨ ਪਾਵਰ ਆ ਡੰਗਰਾਂ ਦੇ ਨਾਲ ਜੋੜ ਕੇ ਮਤਲਬ ਆਟਾ ਪੀਸਿਆ ਜਾਂਦਾ ਸੀ, ਉਹ ਵੀ ਅਸੀਂ ਕਾਇਮ ਰੱਖਿਆ ਵਾ। ਤੇ ਤਕਰੀਬਨ ਪੁਰਾਤਨ ਚੀਜ਼ਾਂ ਜੋ ਅਸੀਂ ਸਾਰੀਆਂ ਜੋ ਉਸ ਟਾਈਮ ਦੇ ਵਿੱਚ ਸੀਆਂ ਉਹਨਾਂ ਨੂੰ ਕਾਇਮ ਰੱਖਿਆ ਵਾ। ਫਿਰ ਹਾਂਜੀ ਬਾਬਾ ਜੀ, ਕਿੰਨੀ ਦੂਰੋਂ ਸੰਗਤ ਪਹੁੰਚ ਜਾਂਦੀ ਹੈ? ਜਿਵੇਂ ਤੁਸੀਂ ਸੋਚਿਆ ਵੀ ਨਹੀਂ ਕਿ ਭਾਈ ਇੰਨੀ ਦੂਰੋਂ ਵੀ ਸੰਗਤ ਆਈ ਹੋਈ ਹੈ। ਉਹ ਮਤਲਬ ਸੰਗਤ ਦੇਖੋ ਜੀ ਲੋਕਾਂ ਨੂੰ ਮਹਿਮਾ ਦਾ ਪਤਾ ਲੱਗੀ ਜਾਂਦਾ, ਸੰਗਤ ਆਪਣੇ ਆਪ ਆਈ ਜਾਂਦੇ। ਕੁਛ ਦੇਖੋ ਮੀਡੀਆ ਦੇ ਵਿੱਚ ਜਦੋਂ ਹੜ੍ਹ ਆਏ ਉਦੋਂ ਇਸ ਸਥਾਨ ਦੀ ਬੜੀ ਚਰਚਾ ਹੋਈ ਕਿਉਂਕਿ ਅਸੀਂ ਬਹੁਤ ਲਗਨ ਦੇ ਨਾਲ ਤਕਰੀਬਨ ਬੜੀ ਮਿਹਨਤ ਦੇ ਨਾਲ 16 ਪਿੰਡ ਅਪਣਾ ਕੇ ਲਾ ਕੇ ਜਿੱਥੇ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਆਉਣ ਦਿੱਤੀ, ਭਾਵੇਂ ਖਾਦ ਹੋਵੇ, ਬੀਜ ਹੋਵੇ, ਜ਼ਮੀਨ ਪੱਧਰੀ ਕਰਾਉਣੀ ਹੋਵੇ, ਲੰਗਰ ਹੋਵੇ। ਉਸ ਕਰਕੇ ਫਿਰ ਬਹੁਤ ਹੀ ਦੂਰ ਤੱਕ ਸੰਗਤ ਆਈ, ਸਾਨੂੰ ਰਾਸ਼ਨ ਪਾਣੀ ਦੇ ਸੰਗਤ ਨੇ ਕਰਿਆ। ਇਸ ਤਾਂ ਇੱਕ ਸਾਧਨ ਬਣੇ ਵਿਚੋਲੇ ਬਣੇ ਆ। ਉਹਦੇ ਬਾਅਦ ਫਿਰ ਕਰੋਨੇ ਦੇ ਵਿੱਚ ਵਰਲਡ ਵਿੱਚ ਸਾਰੀ ਗੱਲ ਗਈ, ਫਿਰ ਲੰਗਰ ਚੱਲਿਆ ਦਿੱਲੀ। ਇਸ ਥਾਂ ਦੀ ਜੋ ਮਹਿਮਾ ਸੀ ਉਹ ਫਿਰ ਵਰਲਡ ਦੇ ਵਿੱਚ ਗਈ। ਇਸ ਕਰਕੇ ਸੰਗਤ, ਬਾਕੀ ਜੋ ਸੰਗਤ ਜੋ ਇੱਥੇ ਰਿਸ਼ੀ ਮੁਨੀਆਂ ਤਪੱਸਿਆ ਹੋਣ ਕਰਕੇ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਤੇ ਲੋਕਾਂ ਦੀ ਸੁੱਖਣਾ ਪੂਰਨ ਹੋ ਕੇ ਜਦੋਂ ਕਿਸੇ ਦੀ ਸੁੱਖ ਪੂਰੀ ਹੁੰਦੀ ਆ, ਇੱਥੇ ਕਿਸੇ ਨੂੰ ਵਿਆਹ ਸ਼ਾਦੀ ਵਿੱਚ ਬੜਾ ਆਰਾਮ ਦੇ ਨਾਲ ਵਿਆਹ ਕਰਨ ਨੂੰ ਮਿਲਦਾ, ਸਹੂਲਤਾਂ ਮਿਲਦੀਆਂ ਤੇ ਫਿਰ ਅਗਲਾ ਆਪਣੇ ਆਪ ਆਉਂਦਾ। ਜਦ ਹੁਣ ਦੇਖੋ ਕਿੱਡਾ ਲੰਗਰ ਦੀ ਇਮਾਰਤ ਆ ਤੇ ਕਿੰਨਾ ਮਤਲਬ ਸਾਰਾ ਕੁਝ ਸਿਸਟਮ ਦੇ ਨਾਲ ਚੱਲ ਰਿਹਾ, ਸਾਫ ਸੁਥਰਾ ਚੱਲ ਰਿਹਾ। ਤੁਹਾਨੂੰ ਲੰਗਰ ਬਣਾਉਣ ਦੀ ਵਿਵਸਥਾ ਵੀ ਦਿਖਾ ਦਿੰਦੇ ਆਪਾਂ, ਜੋ ਕਿ ਇੱਕ ਛੋਟੇ ਜਿਹੇ ਤਵੇ ਤੋਂ ਲੈ ਕੇ ਅੱਜ ਕਿੰਨੀਆਂ ਲੋਹਾਂ ਤੱਕ ਪਹੁੰਚ ਗਈ ਗੱਲ। ਤੇ ਸਾਰਾ ਲੰਗਰ ਹਾਲ ਹੈ ਇਹ। ਤਕਰੀਬਨ ਹੁਣ ਥੋੜ੍ਹੀ ਦੇਰ ਪਹਿਲਾਂ ਸੰਗਤ ਇੰਨੀ ਆਈ, ਤਕਰੀਬਨ ਅੱਧ ਤੋਂ ਜ਼ਿਆਦਾ ਭਰਿਆ ਵਾ। ਤਾਂ ਫਿਰ ਵੀ ਤੁਹਾਨੂੰ ਇੰਨਾ ਲੰਮਾ ਸਮਾਂ ਹੋ ਚੁੱਕਿਆ ਬਾਬਾ ਜੀ ਸੇਵਾ ਨਿਭਾਉਂਦੇ ਨੂੰ, ਨਹੀਂ ਸਵਾਰਥ ਜਿਹੜੀ ਸੇਵਾ ਤੁਸੀਂ ਨਿਭਾ ਰਹੇ ਹੋ, ਫਿਰ ਵੀ ਕੀ ਕੁਝ ਕਿੱਦਾਂ ਦੇ ਚਮਤਕਾਰ ਦੇਖਣ ਨੂੰ ਮਿਲ ਜਾਂਦੇ ਨੇ? ਜਿਵੇਂ ਕਈ ਸਭ ਕੁਛ ਆ, ਜਦੋਂ ਅਸੀਂ ਸੇਵਾ ਕਰਦੇ ਹਾਂ ਕਿਸੇ ਚੀਜ਼ ਦੀ ਘਾਟ ਨਹੀਂ ਆ ਰਹੀ। ਪਰਮੇਸ਼ਰ ਹਰ ਟਾਈਮ ਅੰਗ ਸੰਗ ਆ। ਕਿਸੇ ਚੀਜ਼ ਦੀ ਅਸੀਂ ਜਿਹੜੀ ਮਨ 'ਚ ਧਾਰਨਾ ਕਰਦੇ ਵੀ ਸਾਡਾ ਆਹ ਹੋਣਾ ਚਾਹੀਦਾ, ਉਹ ਮਹਾਰਾਜ ਸਾਡਾ ਬਣਾ ਦਿੰਦਾ। ਦੇਖੋ ਹੁਣ ਸਵੇਰ ਦਾ ਲੰਗਰ ਚੱਲਦਾ, ਸਾਰਾ ਸ਼ਾਮ ਨੂੰ ਰੋਜ਼ ਪੋਚਾ ਵੱਜਦਾ ਇਹਦੇ 'ਚ, ਸਾਫ ਸੁਥਰਾ। ਇੱਧਰ ਲੋਹਾਂ ਦਾ ਪ੍ਰਬੰਧ ਆ ਤੇ ਇਹ ਵੀ ਅਸੀਂ ਜਿਹੜੇ ਸਾਡੇ 4 ਸਿਸਟਮ ਆ, ਇਹ ਬਾਲਣ ਦਾ ਸਿਸਟਮ ਆ, ਕੈਮਰਾਮੈਨ ਨੂੰ ਇਹ ਬਾਲਣ ਦਾ ਸਿਸਟਮ ਆ
ਤੇ ਬੜੇ ਪ੍ਰੋਗਰਾਮਾਂ ਦੇ ਲਈ। ਜਦੋਂ ਫਿਰ ਹੋਰ ਪ੍ਰੋਗਰਾਮ ਬੜਾ ਹੁੰਦਾ, ਵਿਸਾਖੀ ਦਾ ਹੋਰ ਕੋਈ ਹੁੰਦਾ, ਉਹ ਫਿਰ ਐਕਸਟਰਾ ਅਸੀਂ ਜੋ ਆ ਇੱਥੇ ਭੱਠੀਆਂ ਗੈਸ ਦੀਆਂ ਲਾ ਦਿੰਦੇ ਆ। ਅੱਛਾ, ਉਹ ਐਕਸਟਰਾ ਲਾ ਦਿੰਦੇ, ਉਹ ਇੱਥੇ ਲਾ ਦਿੰਦੇ ਆ ਲਾਈਨ ਦੇ ਵਿੱਚ। ਇਹ ਗੋਬਰ ਗੈਸ ਪਲਾਂਟ ਦਾ ਸਿਸਟਮ ਆ, ਥੱਲੇ ਗੋਬਰ ਗੈਸ ਵੱਡੇ ਲੱਗੇ ਪਏ ਆ। ਤੇ ਇਹ ਸਾਡਾ ਸਿਲੰਡਰਾਂ ਦਾ ਪ੍ਰੋਗਰਾਮ ਆ। ਉਹ ਗੈਸ ਪਾਈਪਲਾਈਨ ਆ ਰਹੀ ਸਾਡੀ, ਉਹ ਪਈਆਂ। ਤੇ ਉਹਦੇ ਬਾਅਦ ਸਿਲੰਡਰਾਂ ਦਾ ਹੋ ਗਿਆ, ਤੇ ਆ ਗਿਆ ਗੋਬਰ ਗੈਸ ਦਾ। ਇਹ ਬੜੇ ਮੇਲਿਆਂ ਦਾ ਬਾਲਣ ਦਾ ਹੋ ਗਿਆ। ਉਹ ਪਰਲੇ ਪਾਸੇ ਮਿੱਟੀ ਦਾ ਤੇਲ ਤਾਂ ਹੁਣ ਮਿਲਦਾ ਨਹੀਂ ਹੈਗਾ, ਤੇ ਉਹ ਡੀਜ਼ਲ ਦੇ ਨਾਲ ਬੜੀਆਂ ਭੱਠੀਆਂ ਜਿੱਕਣਾ ਬੜੇ ਪਕੌੜੇ ਕੱਢਣੇ ਆ। ਬੜਾ ਛੇਤੀ ਦਾ ਕੋਈ ਕੰਮ ਹੋਵੇ ਉੱਥੇ ਫਿਰ ਜਿੰਨੀ ਮਰਜ਼ੀ ਅੱਗ ਤੇਜ਼ ਕਰਕੇ ਉੱਥੇ ਹੋ ਜਾਂਦਾ। ਇੱਧਰ ਰੋਟੀ ਦਾ ਕੰਮ ਆ। ਤੇ ਇਹ ਫਿਰ 5 ਸਾਡੀਆਂ ਲੋਹਾਂ, ਇਹ ਤਕਰੀਬਨ ਚੱਲਦੀਆਂ ਨੇ। ਬੀਬੀਆਂ 3:30 ਵਜੇ ਸਵੇਰੇ ਆ ਜਾਂਦੀਆਂ। 3:30 ਵਜੇ ਲੋਹ ਚੱਲ ਪੈਂਦੀ ਆ। ਲੋਹ ਚੱਲ ਕੇ ਤਕਰੀਬਨ ਉਹ 6 ਵਜੇ ਤੱਕ ਪਕਾਉਂਦੀਆਂ। ਉਹਦੇ ਬਾਅਦ ਫਿਰ ਉਹ ਚਲੇ ਜਾਂਦੇ। ਫਿਰ ਪਿੰਡਾਂ 'ਚ ਬੀਬੀਆਂ ਡਿਊਟੀਆਂ ਲਾਈਆਂ ਵੀ, ਬੱਸ ਜਾਂਦੀ ਆ। ਬੱਸ ਦੇ ਨਾਲ ਫਿਰ ਉਹ ਜੋ ਆ ਸਾਡੀ ਮਤਲਬ ਕਾਰੋਬਾਰ ਚੱਲਦਾ ਰਹਿੰਦਾ। ਅਸੀਂ ਮਸ਼ੀਨ ਨਹੀਂ ਲਿੱਤੀ, ਇਹ ਆਟਾ ਗੁੰਨ ਲੈਂਦੇ ਨੇ। ਉਹ ਕਰਕੇ ਮਤਲਬ ਉਹਦੇ ਨਾਲ ਰੋਟੀਆਂ ਸੁੱਕ ਜਾਂਦੀਆਂ। ਸੁੱਕਣ ਕਰਕੇ ਫਿਰ ਲੋਕ ਉਹਨਾਂ ਨੂੰ ਘੱਟ ਖਾਂਦੇ ਆ। ਅਸੀਂ ਕਸ਼ਟ ਤਾਂ ਝੱਲਿਆ, ਬੀਬੀਆਂ ਨੂੰ ਵੀ ਕਸ਼ਟ ਦਿੰਦੇ ਆ, ਪਰ ਅਸੀਂ ਜਿਹੜੀ ਪੁਰਾਤਨ ਮਰਿਆਦਾ ਉਹ ਖਤਮ ਨਹੀਂ ਕੀਤੀ। ਸਾਡੀਆਂ ਰੋਟੀਆਂ ਤੁਸੀਂ ਖਾ ਕੇ ਦੇਖੀਆਂ ਹੋਣੀਆਂ, ਪੂਰੀਆਂ ਵਰਗੀਆਂ ਰੋਟੀਆਂ, ਵਧੀਆ ਰੋਟੀਆਂ, ਕੋਈ ਜਾਲੀ ਵੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ। ਇਸ ਕਰਕੇ ਬੀਬੀਆਂ ਮਿਹਨਤ ਕਰਦੀਆਂ। ਅਸੀਂ ਬੱਸ ਭੇਜਦੇ ਹਾਂ, ਬੱਸ ਤਕਰੀਬਨ ਸਾਰਾ ਦਿਨ ਗੇੜੇ ਮਾਰਦੀ ਰਹਿੰਦੀ ਆ। ਹਾਂ, ਬੀਬੀਆਂ ਦੇ ਰਹਿਣ ਲਈ ਵੀ ਪ੍ਰਬੰਧ ਆ ਵੱਖਰਾ। ਆਦਮੀਆਂ ਤੋਂ ਇੱਧਰੋਂ ਅਟੈਚ ਆ ਕਮਰਾ, ਉੱਥੇ ਬੀਬੀਆਂ ਜਾ ਕੇ ਆਰਾਮ ਕਰ ਲੈਂਦੀਆਂ, ਸਭ ਕਰ ਲੈਂਦੀਆਂ। ਬਾਕੀ ਲੰਗਰ ਦੀ ਵਿਵਸਥਾ ਚਾਰੇ ਪਾਸੇ ਤੇ ਗੱਡੀ ਘੁੰਮਦੀ ਆ ਮਾਡਰਨ ਢੰਗ ਦੇ ਨਾਲ। ਤੇ ਹਰੇਕ ਸਟੋਰ ਨੂੰ ਗੱਡੀ ਬੈਕ ਲੱਗਦੀ ਆ, ਤੇ ਉਹ ਤੁਹਾਨੂੰ ਮੈਂ ਦਿਖਾ ਦਿੰਦਾ। ਆ ਜਾਓ। ਜਿਵੇਂ ਕਿ ਦਰਸ਼ਕੋ ਤੁਸੀਂ ਸਾਰੇ, ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਕੋਨਾ, ਹਰ ਇੱਕ ਤਰ੍ਹਾਂ ਨਾਲ ਤੁਹਾਨੂੰ ਜਿੰਨਾ ਕਿ ਵੀ ਦੱਸ ਸਕੀਏ ਉਨੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ, ਜਿਵੇਂ ਅਸੀਂ ਕਿਹਾ ਸੀ ਕਿ ਸਤਲੁਜ ਦਰਿਆ ਦੇ ਜਿਹੜੇ 12 ਦਰਵਾਜ਼ੇ ਨੇ, ਇਹ ਪੂਰੇ ਸਿੱਧੇ ਗੁਰਦੁਆਰਾ ਸਾਹਿਬ ਵੱਲ ਨੂੰ ਖੁੱਲ੍ਹਦੇ ਨੇ। ਇਹ ਜਦੋਂ ਫਿਰ ਖੁੱਲ੍ਹਦੇ ਹੋਣਗੇ ਉਦੋਂ ਤਾਂ ਫਿਰ ਪਾਣੀ ਵਾਹ ਹੀ ਆਉਂਦਾ ਹੋਊਗਾ। ਪਾਣੀ ਵੱਜ ਕੇ ਨਾ ਨਾਲ ਤਕਰੀਬਨ ਉੱਧਰ ਲੰਘ ਜਾਂਦਾ। ਜਦੋਂ 88 ਦੇ ਵਿੱਚ ਤਾਂ ਇਹ ਉਦੋਂ ਲੱਗੀ ਬੇਨਤੀ ਹੈਗੀ, 88 ਵਿੱਚ ਕੱਚਾ ਹੀ ਤੇ 18 ਦੇ ਵਿੱਚ ਫਿਰ ਇੱਥੋਂ ਪਾਣੀ ਸ਼ੁਰੂ ਚੜ੍ਹਨਾ ਹੋ ਗਿਆ। ਇੱਥੋਂ ਚੜ੍ਹ ਕੇ ਗਾਹਾਂ ਤੱਕ 12 ਫੁੱਟ ਦੇ ਨਾਲ ਜਿਹੜਾ ਥੱਲੇ ਸੜਕ ਆ, ਇਹ ਸੜਕ ਵੀ ਥੱਲੇ ਆ, ਬਾਈਪਾਸ ਆ। ਇੱਥੇ ਬੜੇ ਟਿੱਪਰ ਘੁੰਮਦੇ ਆ। ਸੜਕ ਆ, ਇਹ ਦੇਖਣ ਨੂੰ ਛੋਟੀ ਲੱਗਦੀ ਆ। ਇਹ ਸੜਕ ਆ। ਕੈਮਰਾਮੈਨ ਨੂੰ ਬੇਨਤੀ ਆ ਵੀ ਦਿਖਾ, ਇੱਧਰੋਂ ਉੱਪਰ ਜੀ ਜ਼ਰੂਰ ਦਿਖਾਓ ਸੰਗਤ ਨੂੰ। ਇਹ ਨਾ ਥੱਲੇ ਸੜਕ ਆ ਬਿਲਕੁਲ, ਬੜੇ ਟਰੱਕ, ਹੈਵੀ ਟਰੱਕ ਇਹਦੇ ਤੇ ਲੰਘਦੇ ਆ। ਉਹ ਤੋਂ ਬਾਅਦ ਇੱਕ ਫਿਰ ਪੈਦਲ ਬਾਈਪਾਸ ਉੱਪਰ ਆ। ਇਹ ਦੂਏ ਨੰਬਰ ਤੇ, ਤੀਏ ਨੰਬਰ ਤੇ ਹੈ ਜਿਹੜਾ ਕਿ ਸਾਰੇ ਲੰਗਰ ਦੇ ਆਲੇ ਦੁਆਲੇ ਘੁੰਮਦਾ। ਤੇ ਇਹ ਫਿਰ ਅੱਗੇ ਜਾ ਕੇ ਫਿਰ ਉੱਧਰ ਦਫ਼ਤਰ ਤੇ ਮਿਲ ਜਾਂਦਾ। ਮੈਂ ਤੁਹਾਨੂੰ ਦਿਖਾਉਂਦਾ। ਤੇ ਬਾਲਣ ਦੇ ਲਈ ਆ, ਗੱਡੀ ਬੈਕ ਲੱਗਦੀ, ਅੰਦਰ ਬਾਲਣ ਹੋ ਜਾਂਦਾ। ਤੇ ਇਹਦੇ ਬਾਅਦ 2 ਨੰਬਰ ਤੇ ਜਿਵੇਂ ਕਿ ਦਰਸ਼ਕੋ ਤੁਸੀਂ ਦੇਖਿਆ ਕਿ ਇੱਕ ਤਰ੍ਹਾਂ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਹਰ ਇੱਕ ਕੋਨਾ, ਹਰ ਇੱਕ ਜਿਵੇਂ ਸਮਝਾਇਆ ਜਾਵੇ ਕਿ ਕੀ ਕੁਝ ਇਤਿਹਾਸ ਆ, ਕਿਵੇਂ ਪ੍ਰਬੰਧ ਚੱਲਦਾ ਆ, ਕਿਵੇਂ ਲੰਗਰ ਦੀ ਸੇਵਾ ਹੁੰਦੀ ਹੈ, ਹਰ ਇੱਕ ਚੀਜ਼। ਇਹ ਆਟੇ ਦਾ ਸਟੋਰ ਆ। ਇਹਨੂੰ ਗੱਡੀ ਬੈਕ ਲੱਗ ਜਾਂਦੀ ਆ। ਬੈਕ ਲਾ ਕੇ ਬਿਲਕੁਲ ਆਰਾਮ ਦੇ ਨਾਲ ਅਸੀਂ ਆਟਾ ਲਾ ਸਕਦੇ ਆ, ਬਿਲਕੁਲ ਮਾਡਰਨ ਢੰਗ ਦੇ ਨਾਲ ਆ। ਤੇ ਗੱਡੀ ਚਾਰੇ ਪਾਸੇ ਘੁੰਮਦੀ ਆ। ਬਾਬਾ ਜੀ ਜਿਵੇਂ ਹੁਣ ਕਿਤੇ ਨਾ ਕਿਤੇ ਇੰਜ ਲੱਗਦਾ ਹੈ ਕਿ ਜਿਹੜੀ ਲੋਕ ਨੇ ਅੱਜ ਕੱਲ੍ਹ ਦੇ ਬਿਜ਼ੀ ਹੋ ਗਏ ਨੇ ਪੈਸੇ ਦੇ ਪਿੱਛੇ, ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਨੇ, ਸਮਾਂ ਨਹੀਂ ਦੇ ਪਾਉਂਦੇ। ਅੱਜ ਕੱਲ੍ਹ ਜੇ ਆਪਾਂ ਨਵੀਂ ਪੀੜ੍ਹੀ ਦੀ ਗੱਲ ਕਰਦੇ, ਮੇਰੇ ਵਰਗੇ ਦੀ ਉਹ ਗੱਲ ਕਰਾਂ, ਫਿਰ ਵੀ ਇਤਿਹਾਸ ਬਾਰੇ ਇੰਨਾ ਜਾਣੂ ਨਹੀਂ ਹੈਗੇ। ਕੀ ਲੱਗਦਾ ਕਿੱਥੇ ਕਮੀ ਰਹਿ ਰਹੀ ਹੈ? ਕਮੀ ਤਾਂ ਦੇਖੋ ਆ ਵੀ ਕਮੀ ਸਾਡੇ ਬੱਚਿਆਂ ਵਿੱਚ ਇਹ ਹੋ ਗਈ ਨਾ। ਇੱਕ ਤਾਂ ਜਿਹੜਾ ਮੋਬਾਇਲ ਆ, ਮੋਬਾਇਲ ਦੇ ਵਿੱਚ ਬਾਣੀ ਵੀ ਹੈਗੀ ਆ, ਸਭ ਕੁਝ ਇਤਿਹਾਸ ਵੀ ਹੈਗਾ, ਪਰ ਇਹਦੇ 'ਚ ਜਿਹੜਾ ਲਚਰ ਰੱਖ ਲਓ ਹੋਰ ਮਨੋਰੰਜਨ ਦਾ ਉਹ ਇੰਨਾ ਜ਼ਿਆਦਾ ਵੀ ਬੱਚਿਆਂ ਦੇ ਉਹ ਦੇਖਣ ਦਿਓ। ਤੇ ਉਹਦੇ ਬਾਅਦ ਜਿਹੜੀ ਬੱਚਿਆਂ ਦੀ ਅੱਜ ਕੱਲ੍ਹ ਪੜ੍ਹਾਈ ਆ ਉਹ ਵੀ ਇੰਨੀ ਟਫ ਹੋ ਗਈ ਵੀ ਉਹਨਾਂ ਨੂੰ ਸਕੂਲ ਦਾ ਕੰਮ ਹੀ ਇੰਨਾ ਮਿਲਦਾ ਵੀ ਉਹਦੇ ਬਾਅਦ ਤੇ ਉਹ ਕੰਮੇ ਹੀ ਨਹੀਂ ਉਹਨਾਂ ਤੋਂ ਮੁੱਕਦਾ। ਤੇ ਇੱਕ ਜਿਹੜੀ ਐਜੂਕੇਸ਼ਨ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ। ਦਸ਼ਮਲ ਪੁਆਇੰਟ 'ਤੇ ਵੀ ਬੱਚਾ ਕਿੰਨੇ ਹਜ਼ਾਰਾਂ ਲੱਖਾਂ ਪਿੱਛੇ ਰਹਿ ਜਾਂਦਾ। ਪਰ ਫਿਰ ਵੀ ਜਿਹੜਿਆਂ ਦਾ ਇਤਿਹਾਸ ਦੇ ਨਾਲ ਪ੍ਰੇਮ ਆ, ਜਿਹਨਾਂ ਦਾ ਗੁਰਬਾਣੀ ਦੇ ਨਾਲ ਪ੍ਰੇਮ ਆ, ਉਹ ਮਹਾਰਾਜ ਨੇ ਕਹਿੰਦਾ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਉਹ ਫਿਰ ਥੋੜ੍ਹੇ ਵੀ ਹੁੰਦੇ ਆ, ਜੰਗਲ ਵਿੱਚ ਸ਼ੇਰ ਤਾਂ ਥੋੜ੍ਹੇ ਹੀ ਹੁੰਦੇ ਆ, ਪਰ ਉਹਨਾਂ ਦੀ ਜੋ ਭਾਵਕ ਆ, ਉਹ ਉਹਨਾਂ ਦੀ ਬੜਕ ਆ, ਉਹ ਜ਼ਿਆਦਾ ਪੂਰੀ ਹੁੰਦੀ ਆ। ਇਸ ਕਰਕੇ ਸ਼ੁਰੂ ਤੋਂ ਹੀ ਚੱਲਦਾ ਆਇਆ। ਘੱਟ ਵੀ ਹੁੰਦੇ ਆ, ਪੂਰੇ ਵੀ ਹੁੰਦੇ ਆ। ਸ੍ਰਿਸ਼ਟੀ ਆ, ਦੋਹੇ ਪਹਿਲੂ ਆ, ਕੋਰਾ ਕਾਲਾ ਅਤੇ ਚਿੱਟਾ ਕਾਲਾ। ਮਤਲਬ ਇਹਦੇ ਕਰਕੇ ਬਦੀ ਅਤੇ ਨੇਕੀ
ਇਹ ਨਾਲ ਚੱਲਦੇ ਆ। ਇਸ ਕਰਕੇ ਕੁਛ ਇਤਿਹਾਸ ਪੜ੍ਹਨ ਵਾਲੇ ਆ, ਕੋਈ ਬਾਣੀ ਪੜ੍ਹਨ ਵਾਲੇ ਆ, ਕੁਛ ਨਹੀਂ ਪੜ੍ਹਨੇ ਵਾਲੇ। ਇਸ ਕਰਕੇ ਆ ਜੋ ਸੰਸਾਰ ਆ ਮਹਾਰਾਜ ਚਲਾ ਰਿਹਾ ਹੈ। ਬਿਲਕੁਲ ਬਾਬਾ ਜੀ। ਹਾਂਜੀ, ਇਹਨੂੰ ਗੱਡੀ ਬੈਕ ਲੱਗਦੀ ਆ, ਇਹਦੇ ਪਿੱਛੇ ਰਾਸ਼ਨ ਨੂੰ ਗੱਡੀ ਬੈਕ ਲੱਗਦੀ ਆ, ਸਟੋਰ ਅੰਦਰ ਤਕਰੀਬਨ ਚਾਰੇ ਪਾਸੇ ਲੰਗਰ ਗੱਡੀ ਘੁੰਮਦੀ ਆ। ਸੋ ਮੈਂ ਤੁਹਾਨੂੰ ਆ ਕੇ ਦਿਖਾਉਂਦਾ ਅਗਲੇ ਪਾਸੇ, ਜਿੱਥੇ ਕਿ ਪਹਿਲਾਂ ਛੰਨ ਬੰਨੀ ਗਈ ਸੰਤਾਂ ਨੇ ਤੇ ਲੱਕੜ ਦਾ ਗੁਰਦੁਆਰਾ ਬਣਾਇਆ ਗਿਆ, ਤਾਂ ਕਿ ਇਤਿਹਾਸ ਤੁਹਾਨੂੰ ਸਾਰਾ ਦਿਖਾ ਦੇ। ਉਹਦੇ ਬਾਅਦ ਖੂਹ ਰਸਤੇ ਵਿੱਚ ਆ। ਤੁਹਾਨੂੰ ਦਿੱਤੀ ਗਈ ਜਾਣਕਾਰੀ, ਦੱਸਿਆ ਗਿਆ ਇਤਿਹਾਸ ਵਧੀਆ ਲੱਗਿਆ ਹੋਊਗਾ। ਇਸ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣਾ, ਆਪਣੇ ਜਿੰਨੇ ਵੀ ਰਿਸ਼ਤੇਦਾਰ, ਆਪਣੇ ਦੋਸਤ, ਉਹਨਾਂ ਨਾਲ ਸਭ ਨਾਲ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਕਿ ਅਸੀਂ ਤੁਹਾਨੂੰ ਅਗਲੇ ਕਿਹੜੇ ਗੁਰੂ ਧਾਮ ਦੇ, ਕਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ, ਕਿਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਈਏ। ਉਮੀਦ ਇਹੀ ਰੱਖਾਂਗੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਦੋ ਇਜਾਜ਼ਤ। ਦੇ ਰਹੋ ਰਹਿਮਤ TV। ਧੰਨਵਾਦ।